ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨਵੰਬਰ ਦੇ ਪਹਿਲੇ ਹਫ਼ਤੇ ਖੋਲੇਗਾ ਅੰਤਰਰਾਸ਼ਟਰੀ ਫਲਾਈਟਾਂ। ਕੈਨੇਡਾ ਫੈਡਰਲ ਚੋਣਾਂ, ਜਸਟਿਨ ਟਰੂਡੋ ਨੇ ਜਿੱਤੀ ਚੋਣ। ਅਮਰੀਕਾ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਨੂੰ ਮਿਲੀ ਨਿਰਾਸ਼ਾ। ਬਾਈਡਨ ਪ੍ਰਸ਼ਾਸਨ ਵੱਲੋਂ 1 ਅਕਤੂਬਰ ਤੋਂ ਸ਼ਰਨਾਰਥੀਆਂ ਦੀ ਦਾਖਲ ਹੱਦ ਨਿਰਧਾਰਤ ਕਰਨ ਦੀ ਯੋਜਨਾ। ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਕੀਤਾ ਐਲਾਨ। ਟੋਰਾਂਟੋ ਲਈ ਉਡਾਣਾਂ ਸ਼ੁਰੂ। ਕੋਰੋਨਾ ਦਾ ਟੀਕਾ ਲਗਵਾ ਚੁੱਕੇ ਭਾਰਤੀਆਂ ਨੂੰ ਵੀ ਇੰਗਲੈਂਡ 'ਚ 10 ਦਿਨ ਰਹਿਣਾ ਪਏਗਾ ਇਕਾਂਤਵਾਸ। ਬਲੂਚਿਸਤਾਨ ਵਿੱਚ ਪਾਕਿਸਤਾਨ ਸੁਰੱਖਿਆ ਫੋਰਸਾਂ ਹੱਥੋਂ ਮਾਰਿਆ ਗਿਆ ਤਹਿਰੀਕ-ਏ-ਤਾਲਿਬਾਨ ਦਾ ਕਮਾਂਡਰ। ਅਮਰੀਕਾ 'ਚ ਇੱਕ ਹਫ਼ਤੇ ਦੌਰਾਨ 10,000 ਤੋਂ ਵੱਧ ਨਵੀਆਂ ਕੋਰੋਨਾ ਮੌਤਾਂ ਹੋਈਆਂ ਦਰਜ। ਰੂਸ ਯੂਨੀਵਰਸਿਟੀ ਵਿੱਚ ਗੋਲਾਬਾਰੀ ਮਗਰੋਂ ਭਾਰਤੀ ਦੂਤਘਰ ਦਾ ਬਿਆਨ, ਕਿਹਾ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮਹਾਮਾਰੀ ਦੌਰਾਨ ਅਮਰੀਕਾ ਵੱਲੋਂ 24 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਨੂੰ ਨਵੰਬਰ 2021 ਦੇ ਪਹਿਲੇ ਹਫ਼ਤੇ ਹਟਾਇਆ ਜਾ ਰਿਹਾ। ਅਮਰੀਕਾ ਵੱਲੋਂ 40 ਦੇ ਕਰੀਬ ਦੇਸ਼ਾਂ ਤੋਂ ਇਹ ਪਾਬੰਦੀਆਂ ਹਟਾ ਲਈਆਂ ਜਾਣਗੀਆਂ, ਜਿਸ ਵਿੱਚ ਭਾਰਤ ਦਾ ਨਾਂ ਵੀ ਆਉਂਦਾ ਹੈ। ਇਸ ਐਲਾਨ ਨਾਲ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਟੂਰਿਸਟ ਵੀਜ਼ਾ ਪ੍ਰਾਪਤ ਯਾਤਰੀ ਅਮਰੀਕਾ ਆਉਣ ਤੋਂ ਵਾਂਝੇ ਹੋ ਗਏ ਸਨ, ਜਿਨ੍ਹਾਂ ਨੂੰ ਇਸ ਐਲਾਨ ਨਾਲ ਵੱਡੀ ਰਾਹਤ ਪ੍ਰਾਪਤ ਹੋਈ ਹੈ। ਜੋ ਬਾਈਡਨ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਭਾਰਤੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਨਵੰਬਰ ਤੋਂ ਕੋਰੋਨਾ ਰੋਕੂ ਟੀਕੇ ਦੀ ਪੂਰੀ ਡੋਜ਼ ਲੈਣ ਵਾਲੇ ਲੋਕਾਂ ਨੂੰ ਅਮਰੀਕਾ 'ਚ ਦਾਖਲ ਕਰਨ ਦੀ ਮਨਜ਼ੂਰੀ ਹੋਵੇਗੀ। ਕੋਰੋਨਾ ਮਾਮਲਿਆਂ ਤੇ ਵਾਈਟ ਹਾਊਸ ਦੇ ਕੋਆਰਡੀਨੇਟਰ ਜੈਫ ਜੈਂਟਸ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪੂਰੇ ਟੀਕਾਕਰਨ ਨਾਲ ਹੀ 3 ਦਿਨ ਪਹਿਲਾਂ ਨੈਗੇਟਿਵ ਕੋਰੋਨਾ ਜਾਂਚ ਰਿਪੋਰਟ ਦਿਖਾਉਣੀ ਹੋਏਗੀ। ਜੈਂਟਸ ਨੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਦੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਬਿਨਾਂ ਟੀਕਾ ਲਗਵਾਏ ਵਾਪਸ ਜਾਣ ਵਾਲੇ ਅਮਰੀਕੀ ਨਾਗਰਿਕਾਂ ਲਈ ਵੀ ਜਾਂਚ ਦੇ ਨਿਯਮ ਸਖਤ ਕੀਤੇ ਨੇ। ਅਜਿਹੇ ਲੋਕਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ 1 ਦਿਨ ਪਹਿਲਾਂ ਤੇ ਅਮਰੀਕਾ ਪਹੁੰਚਣ ਦੇ 1 ਦਿਨ ਦੇ ਅੰਦਰ ਕੋਰੋਨਾ ਜਾਂਚ ਕਰਵਾਉਣੀ ਪਏਗੀ। ਪੂਰਾ ਟੀਕਾਕਰਨ ਵਾਲੇ ਲੋਕਾਂ ਨੂੰ ਕੁਆਰੰਟਾਈਨ 'ਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਕੋਰੋਨਾ ਮਹਾਮਾਰੀ ਤੋਂ ਬਾਅਦ ਅਮਰੀਕਾ ਨੇ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਆਉਣ ਵਿੱਚ ਪਾਬੰਦੀ ਲਗਾ ਦਿੱਤੀ ਸੀ। ਇਸ ਦੀ ਸ਼ੁਰੂਆਤ ਚੀਨੀ ਨਾਗਰਿਕਾਂ ਨਾਲ ਹੋਈ ਸੀ, ਜਿਸ ਤੋਂ ਬਾਅਦ ਭਾਰਤ ਤੇ ਬ੍ਰਿਟੇਨ ਸਣੇ ਹੋਰ ਕਈ ਦੇਸ਼ਾਂ ਦੇ ਨਾਗਰਿਕ ਵੀ ਇਸ ਦੇ ਦਾਇਰੇ ਵਿੱਚ ਲਿਆਂਦੇ ਗਏ ਸੀ। ਜੈਂਟਸ ਨੇ ਕਿਹਾ ਕਿ 에ਅਰਲਾਈਨਸ ਨੂੰ ਯਾਤਰੀਆਂ ਤੋਂ ਉਹਨਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ, ਤਾਂ ਜੋ ਸੰਕਰਮਣ ਦਾ ਪਤਾ ਚੱਲਣ ਤੇ ਉਹਨਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਏਗੀ। ਜੈਂਟਸ ਨੇ ਕਿਹਾ ਕਿ ਨਵੰਬਰ ਤੋਂ ਪਹਿਲਾਂ ਇਸ ਬਾਰੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੁਆਰਾ ਫੈਸਲਾ ਲੈ ਲਿਆ ਜਾਏਗਾ। ਉਹਨਾਂ ਨੇ ਕਿਹਾ ਕਿ ਨਵੀਂ ਨੀਤੀ ਨੂੰ ਨਵੰਬਰ ਤੋਂ ਲਾਗੂ ਕੀਤਾ ਜਾਏਗਾ, ਤਾਂ ਜੋ ਉਸ ਤੋਂ ਪਹਿਲਾਂ 에ਅਰਲਾਈਨਸ ਤੇ ਯਾਤਰਾ ਨਾਲ ਜੁੜੀਆਂ ਹੋਰ ਏਜੰਸੀਆਂ ਨੂੰ ਨਵੇਂ ਨਿਯਮਾਂ ਮੁਤਾਬਕ ਪ੍ਰੋਟੋਕਾਲ ਲਾਗੂ ਕਰਨ ਦਾ ਸਮਾਂ ਮਿਲ ਸਕੇ। ਕੈਨੇਡੀਅਨਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੰਸਦ ਦੀਆਂ ਚੋਣਾਂ ਵਿੱਚ ਜਿੱਤ ਦਿਵਾਈ, ਪਰ ਉਹਨਾਂ ਦਾ ਬਹੁਤੀਆਂ ਸੀਟਾਂ ਜਿੱਤਣ ਦੀ ਕੋਸ਼ਿਸ਼ ਸਫਲ ਨਹੀਂ ਹੋਈ। ਲਿਬਰਲ ਕਿਸੇ ਵੀ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਜਿੱਤਣ ਦੇ ਰਾਹ ਤੇ ਸਨ। 49 ਸਾਲਾ ਟਰੂਡੋ ਨੇ ਆਪਣੇ ਪਿਤਾ ਲਿਬਰਲ ਆਈਕਨ ਅਤੇ ਮਰਹੂਮ ਪ੍ਰਧਾਨ ਮੰਤਰੀ ਪਿਆਰੇ ਟਰੂਡੋ ਦੀ ਸਟਾਰ ਪਾਵਰ ਨੂੰ ਪ੍ਰਦਰਸ਼ਿਤ ਕੀਤਾ। ਜਦੋਂ ਉਸਨੇ 2015 ਵਿੱਚ ਪਹਿਲੀ ਵਾਰ ਚੋਣ ਜਿੱਤੀ ਸੀ ਤਾਂ ਤੇ ਹੁਣ ਅਜਿਹਾ ਪ੍ਰਤੀਤ ਹੁੰਦਾ ਹੈ ਉਹਨਾਂ ਨੇ 2 ਚੋਣਾਂ ਵਿੱਚ ਆਪਣੀ ਪਾਰਟੀ ਨੂੰ ਸਿਖਰ ਤੇ ਲਿਆਂਦਾ ਹੈ। ਲਿਬਰਲ 148 ਰਾਈਡਿੰਗਸ, 103 ਵਿੱਚ ਕੰਜ਼ਰਵੇਟਿਵ, 28 ਵਿੱਚ ਕਿਊਬੇਕ ਸਥਿਤ ਬਲਾਕ ਕਿਊਬਿਕਸ ਅਤੇ 22 ਵਿੱਚ ਖੱਬੇ ਪੱਖੀ ਨਿਊ ਡੈਮੋਕ੍ਰੈਟਿਕ ਪਾਰਟੀ ਅੱਗੇ ਚੱਲ ਰਹੇ ਸਨ। ਇਹ ਨਹੀਂ ਜਾਪਦਾ ਸੀ ਕਿ ਟਰੂਡੋ ਲੋੜੀਂਦੀਆਂ ਸੀਟਾਂ ਜਿੱਤਣਗੇ। ਟਰੂਡੋ ਨੇ ਇੱਕ ਸਥਿਰ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਦਿਆਂ ਚੋਣਾਂ ਵਿੱਚ ਪ੍ਰਵੇਸ਼ ਕੀਤਾ, ਜਿਸ ਨੂੰ ਸੱਤਾ ਤੋਂ ਹਟਾਏ ਜਾਣ ਦਾ ਖਤਰਾ ਨਹੀਂ ਸੀ। ਵਿਰੋਧੀ ਤੇ ਟਰੂਡੋ ਤੇ ਆਪਣੀ ਨਿੱਜੀ ਇੱਛਾ ਲਈ ਸਮਾਂ ਸੀਮਾ ਤੋਂ 2 ਸਾਲ ਪਹਿਲਾਂ ਬੇਲੋੜੀਆਂ ਚੋਣਾਂ ਕਰਵਾਉਣ ਦਾ ਦੋਸ਼ ਲੱਗ ਰਿਹਾ ਸੀ। ਟਰੂਡੋ ਨੇ ਸ਼ਰਤ ਲਗਾਈ ਕਿ ਕੈਨੇਡੀਅਨ ਮਹਾਮਾਰੀ ਦੌਰਾਨ ਇੱਕ ਕੰਜ਼ਰਵੇਟਿਵ ਸਰਕਾਰ ਨਹੀਂ ਚਾਹੁੰਦੇ ਸਨ। ਕੈਨੇਡਾ ਹੁਣ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਤੇ ਟਰੂਡੋ ਦੀ ਸਰਕਾਰ ਨੇ ਤਾਲਾਬੰਦੀ ਦੇ ਦੌਰਾਨ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਲਈ ਸੈਂਕੜੇ ਅਰਬ ਡਾਲਰ ਖਰਚ ਕੀਤੇ। ਕੰਜ਼ਰਵੇਟਿਵ ਲੀਡਰ ਏਰੀ ਨੂੰ ਟੂਲ ਨੇ ਆਪਣੇ ਪਾਰਟੀ ਦੇ ਉਮੀਦਵਾਰਾਂ ਨੂੰ ਟੀਕਾ ਲਗਵਾਉਣ ਦੀ ਲੋੜ ਨਹੀਂ ਦੱਸੀ ਅਤੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ
ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਉਹ ਟੂਲ ਨੇ ਟੀਕਾਕਰਨ ਨੂੰ ਨਿੱਜੀ ਸਿਹਤ ਦਾ ਫੈਸਲਾ ਦੱਸਿਆ, ਪਰ ਟੀਕਾਕਰਨ ਵਾਲੇ ਕੈਨੇਡੀਅਨ ਲੋਕਾਂ ਦੀ ਵੱਧ ਰਹੀ ਗਿਣਤੀ ਉਹਨਾਂ ਲੋਕਾਂ ਨਾਲ ਵੱਧ ਰਹੀ ਹੈ ਜੋ ਟੀਕਾਕਰਨ ਤੋਂ ਇਨਕਾਰ ਕਰਦੇ ਨੇ। ਟਰੂਡੋ ਕੈਨੇਡੀਅਨ ਲਈ ਹਵਾਈ ਜਾਂ ਰੇਲ ਰਾਹੀਂ ਯਾਤਰਾ ਕਰਨ ਲਈ ਟੀਕੇ ਲਾਜ਼ਮੀ ਬਣਾਉਣ ਦਾ ਸਮਰਥਨ ਕਰਦੇ ਨੇ, ਜਿਸ ਦਾ ਕੰਜ਼ਰਵੇਟਿਵ ਵਿਰੋਧ ਕਰਦੇ ਨੇ। ਸੈਨੇਟ ਦੇ ਡੈਮੋਕ੍ਰੇਟ ਐਤਵਾਰ ਰਾਤ ਨੂੰ ਸੈਨੇਟ ਸੰਸਦ ਮੈਂਬਰ ਦੀ ਨਵੀਂ ਸੇਧ ਤੋਂ ਬਾਅਦ ਦੇਸ਼ ਦੇ ਸਮਾਜਿਕ ਸੁਰੱਖਿਆ ਜਾਲ ਨੂੰ ਵਧਾਉਣ ਲਈ ਆਪਣੇ 3.5 ਟ੍ਰਿਲੀਅਨ ਡਾਲਰ ਦੇ ਬਿੱਲ ਵਿੱਚ ਲੱਖਾਂ ਪ੍ਰਵਾਸੀਆਂ ਦੇ ਕਾਨੂੰਨੀਕਰਨ ਦੇ ਰਸਤੇ ਨੂੰ ਸ਼ਾਮਲ ਕਰਨ ਦੇ ਯੋਗ ਨਹੀਂ ਹੋਣਗੇ। ਸਥਿਤੀ ਦਾ ਸਿੱਧਾ ਗਿਆਨ ਰੱਖਣ ਵਾਲੇ ਇੱਕ ਸਰੋਤ ਦੇ ਅਨੁਸਾਰ ਇਹ ਫੈਸਲਾ ਡੈਮੋਕ੍ਰੇਟਸ ਲਈ ਇੱਕ ਸਖਤ ਝਿੜਕ ਵਜੋਂ ਆਇਆ ਹੈ। ਹਾਲਾਂਕਿ ਅਜਿਹੇ ਫੈਸਲੇ ਨੂੰ ਰੱਦ ਕਰਨਾ ਬਹੁਤ ਮੁਸ਼ਕਿਲ ਹੈ। ਇੱਕ ਡੈਮੋਕ੍ਰੈਟਿਕ ਸਰੋਤ ਨੇ ਨੋਟ ਕੀਤਾ ਕਿ ਉਹ ਬਿੱਲ ਵਿੱਚ ਕਿਸੇ ਕਿਸਮ ਦੀ ਇਮੀਗ੍ਰੇਸ਼ਨ ਵਿਵਸਥਾ ਨੂੰ ਸ਼ਾਮਲ ਕਰਨ ਲਈ ਨੀਤੀ ਨੂੰ ਸੰਕੁਚਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਸੰਭਾਵਨਾ ਘੱਟ ਨੇ। ਇਮੀਗ੍ਰੇਸ਼ਨ ਨੂੰ ਉਹਨਾਂ ਦੇ ਆਰਥਿਕ ਏਜੰਡੇ ਦੇ ਬਿੱਲ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼, ਹਾਲਾਂਕਿ ਇਸ ਨੇ ਲੰਬੇ ਸਮੇਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਡੈਮੋਕ੍ਰੇਟਸ ਲਈ ਰਾਸ਼ਟਰਪਤੀ ਜੋ ਬਾਈਡਨ ਨੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਮਹੱਤਵਪੂਰਨ ਇਮੀਗ੍ਰੇਸ਼ਨ ਸੁਧਾਰ ਪਾਸ ਕਰਨ ਦੇ ਆਖਰੀ ਸਪਸ਼ਟ ਮੌਕਿਆਂ ਚੋਂ ਇੱਕ ਹੈ। ਸੰਸਦ ਮੈਂਬਰ ਐਲਿਜ਼ਾਬੈਥ ਨੇ ਆਪਣੇ ਫੈਸਲੇ ਵਿੱਚ ਲਿਖਿਆ, ਸਥਿਤੀ ਦਾ ਰਸਤਾ ਸਾਫ਼ ਕਰਨ ਲਈ ਕਾਨੂੰਨ ਨੂੰ ਬਦਲਣਾ ਜ਼ਬਰਦਸਤ ਅਤੇ ਸਥਾਈ ਨੀਤੀ ਤਬਦੀਲੀ ਹੈ ਜੋ ਇਸ ਦੇ ਬਜਟ ਪ੍ਰਭਾਵ ਨੂੰ ਘੱਟ ਕਰਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮੈਕਡੋਨਾਲਡ ਨਾਲ ਇੱਕ ਅਹਿਮ ਮੀਟਿੰਗ ਵਿੱਚ ਸੈਨੇਟ ਡੈਮੋਕ੍ਰੇਟਸ ਨੇ ਵਿਸ਼ਾਲ ਆਰਥਿਕ ਬਿੱਲ 'ਚ ਲੱਖਾਂ ਪ੍ਰਵਾਸੀਆਂ ਦੇ ਕਾਨੂੰਨੀਕਰਨ ਦੇ ਮਾਰਗ ਨੂੰ ਸ਼ਾਮਲ ਕਰਨ ਲਈ ਆਪਣਾ ਕੇਸ ਬਣਾਇਆ। ਡੈਮੋਕ੍ਰੇਟਸ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਦੇ ਦੇਸ਼ ਵਿੱਚ ਤਕਰੀਬਨ 80 ਲੱਖ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਦਾ ਮੌਕਾ ਦੇਣ ਦੀ ਯੋਜਨਾ ਦਾ ਇੱਕ ਵੱਡਾ ਆਰਥਿਕ ਪ੍ਰਭਾਵ ਪਏਗਾ। ਉਹਨਾਂ ਨੂੰ ਉਮੀਦ ਸੀ ਕਿ ਉਹ ਉਹਨਾਂ ਨੂੰ ਇਸ ਨੂੰ ਸੁਲਝਾਉਣ ਵਾਲੇ ਇੱਕ ਗੁੰਝਲਦਾਰ ਬਜਟ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀ ਆਗਿਆ ਦੇਣ ਲਈ ਰਾਜ਼ੀ ਕਰਨਗੇ। ਇਹ ਪ੍ਰਕਿਰਿਆ ਡੈਮੋਕ੍ਰੇਟਸ ਨੂੰ, ਜਿਨ੍ਹਾਂ ਕੋਲ ਫਿਲੀਬਸਟਰ ਨੂੰ ਪਾਰ ਕਰਨ ਲਈ ਸੈਨੇਟ 'ਚ ਲੋੜੀਂਦੇ 60 ਵੋਟਾਂ ਦੀ ਘਾਟ ਹੈ, ਸਿਰਫ ਡੈਮੋਕ੍ਰੈਟਿਕ ਵੋਟਾਂ ਨਾਲ ਬਿੱਲ ਪਾਸ ਕਰਨ ਦੀ ਆਗਿਆ ਦੇਵੇਗੀ। ਫੈਸਲੇ ਤੋਂ ਬਾਅਦ ਇੱਕ ਬਿਆਨ ਵਿੱਚ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ, ਅਸੀਂ ਇਸ ਫੈਸਲੇ ਤੋਂ ਬਹੁਤ ਨਿਰਾਸ਼ ਹਾਂ, ਪਰ ਬਜਟ ਸੁਲ੍ਹਾ ਵਿੱਚ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਪ੍ਰਦਾਨ ਕਰਨ ਦੀ ਲੜਾਈ ਜਾਰੀ ਹੈ। ਸੈਨੇਟ ਡੈਮੋਕ੍ਰੇਟਸ ਨੇ ਬਦਲਵੇਂ ਪ੍ਰਸਤਾਵ ਤਿਆਰ ਕੀਤੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਸੈਨੇਟ ਸੰਸਦ ਮੈਂਬਰ ਦੇ ਨਾਲ ਵਾਧੂ ਮੀਟਿੰਗਾਂ ਕਰਨਗੇ। ਇਲੀਨੋਇਸ ਤੇ ਸੈਨੇਟ ਨਿਆਂਪਾਲਿਕਾ ਦੇ ਚੇਅਰਮੈਨ ਡਿਕ ਡਾਰਵਨ ਅਤੇ ਇਮੀਗ੍ਰੇਸ਼ਨ, ਨਾਗਰਿਕਤਾ ਅਤੇ ਸਰਹੱਦੀ ਸੁਰੱਖਿਆ ਬਾਰੇ ਨਿਆਂਪਾਲਿਕਾ ਸਬ ਕਮੇਟੀ ਦੇ ਪ੍ਰਧਾਨ ਕੈਲੀਫੋਰਨੀਆ ਦੇ ਸੈਨੇਟਰ ਐਲੈਕਸ ਪਿਡੀਲਾ ਨੇ ਇੱਕ ਬਿਆਨ 'ਚ ਇਸੇ ਤਰ੍ਹਾਂ ਦੀ ਨਿਰਾਸ਼ਾ ਜ਼ਾਹਿਰ ਕੀਤੀ ਹੈ। ਨਾਲ ਹੀ ਆਉਣ ਵਾਲੇ ਬਦਲਵੇਂ ਪ੍ਰਸਤਾਵ ਦਾ ਵੀ ਸੰਕੇਤ ਦਿੱਤਾ ਹੈ। ਸੂਤਰਾਂ ਨੇ CNN ਨੂੰ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸੰਸਦ ਮੈਂਬਰ ਨਾਲ ਮੁਲਾਕਾਤ ਦੌਰਾਨ ਡੈਮੋਕ੍ਰੈਟਿਕ ਸਹਿਯੋਗੀਆਂ ਨੇ ਦਲੀਲ ਦਿੱਤੀ ਸੀ ਕਿ ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਮੁਲਤਵੀ ਕਰਨ ਵਾਲੇ, ਅਸਥਾਈ ਸੁਰੱਖਿਅਤ ਸਥਿਤੀ ਵਾਲੇ ਲੋਕ, ਖੇਤ ਮਜ਼ਦੂਰ ਅਤੇ ਕਾਨੂੰਨੀ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਲੇ ਹੋਰ ਜ਼ਰੂਰੀ ਕਰਮਚਾਰੀ ਉਹਨਾਂ ਨੂੰ ਸਮਾਜਿਕ ਪ੍ਰੋਗਰਾਮਾਂ ਜਿਵੇਂ ਕਿ ਪੂਰਕ ਪੋਸ਼ਣ ਸਹਾਇਤਾ ਪ੍ਰੋਗਰਾਮ, ਮੈਡੀਕੇਡ, ਮੈਡੀਕੇਅਰ, ਸਮਾਜਿਕ ਸੁਰੱਖਿਆ ਅਤੇ ਹੋਰ ਸਿਹਤ ਲਾਭ ਦੇ ਯੋਗ ਬਣਾਉਂਦੇ ਨੇ। ਸਹਾਇਤਾ ਦੇ ਅਨੁਮਾਨ ਅਨੁਸਾਰ ਇਹ ਯੋਗਤਾ ਘਾਟੇ 'ਚ 139 ਬਿਲੀਅਨ ਡਾਲਰ ਜੋੜ ਦੇਵੇਗੀ। ਡੈਮੋਕ੍ਰੇਟਸ ਨੇ 2005 ਵਿੱਚ ਇੱਕ ਸੁਲ੍ਹਾ ਬਿੱਲ 'ਚ ਇੱਕ ਸੰਕੁਚਿਤ ਇਮੀਗ੍ਰੇਸ਼ਨ ਕਾਨੂੰਨ ਤਬਦੀਲੀ ਦਾ ਵੀ ਹਵਾਲਾ ਦਿੱਤਾ ਸੀ, ਜਿਸ ਨਾਲ ਪਹਿਲਾਂ ਨਾ ਵਰਤੇ ਗਏ ਰੁਜ਼ਗਾਰ ਪ੍ਰਵਾਸੀ ਵੀਜ਼ਾ ਮੁੜ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਸੀ। ਇਹ ਬਿੱਲ 2005 'ਚ ਸੈਨੇਟ 'ਚ ਪਾਸ ਕਰ ਦਿੱਤਾ ਗਿਆ, ਪਰ ਸਦਨ ਵਿੱਚ ਰੁਕ ਗਿਆ, ਜਦੋਂ ਕਿ ਵਾਈਟ ਹਾਊਸ ਨੇ ਦਲੀਲ ਦਿੱਤੀ ਹੈ ਕਿ ਇਮੀਗ੍ਰੇਸ਼ਨ ਇੱਕ ਪ੍ਰਮੁੱਖ ਤਰਜੀਹ ਹੈ। ਸੈਨੇਟ ਡੈਮੋਕ੍ਰੇਟਸ ਕੋਲ ਆਪਣੇ ਤੌਰ ਤੇ ਕਾਨੂੰਨ ਪਾਸ ਕਰਨ ਲਈ ਵੋਟਾਂ ਦੀ ਘਾਟ ਹੈ। 1,25,000 ਤੱਕ ਵਧਾਈ ਜਾ ਸਕਦੀ ਹੈ ਦਾਖਲ ਹੱਦ। ਬਾਈਡਨ ਪ੍ਰਸ਼ਾਸਨ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਦੀਆਂ ਸ਼ਰਨਾਰਥੀਆਂ ਦੀ ਦਾਖਲ ਹੱਦ 1,25,000 ਤੱਕ ਨਿਰਧਾਰਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ 2020 ਦੇ ਪ੍ਰਚਾਰ ਦੌਰਾਨ ਰਾਸ਼ਟਰਪਤੀ ਬਾਈਡਨ ਦੇ ਉਮੀਦਵਾਰ ਦੇ ਰੂਪ ਵਿੱਚ ਨਿਰਧਾਰਿਤ ਟੀਚੇ ਨੂੰ ਪੂਰਾ ਕਰਦਾ ਹੈ। ਪ੍ਰਵਾਸੀ ਵਕੀਲਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਦੁਨੀਆ ਭਰ ਦੇ ਕਾਫੀ ਸ਼ਰਨਾਰਥੀਆਂ ਨੂੰ ਸਵੀਕਾਰ ਨਹੀਂ ਕਰ ਰਿਹਾ। ਕਾਂਗਰਸ ਨੂੰ ਸੌਂਪੀ ਗਈ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਵਿੱਚ ਇਸ ਅੰਕੜੇ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਵਿੱਚ ਵਿੱਤੀ 2022 ਲਈ ਪ੍ਰਸ਼ਾਸਨ ਦੀ ਸ਼ਰਨਾਰਥੀ ਯੋਜਨਾਵਾਂ ਦੀ ਰੂਪਰੇਖਾ ਦਿੱਤੀ ਗਈ ਸੀ। ਅਪ੍ਰੈਲ 'ਚ ਬਾਈਡਨ ਨੇ ਐਲਾਨ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਮੌਜੂਦਾ ਵਿੱਤੀ ਸਾਲ ਲਈ ਸ਼ਰਨਾਰਥੀਆਂ ਦੇ ਦਾਖਲੇ ਨੂੰ ਪੱਧਰ ਨੂੰ 15,000 ਰੱਖੇਗਾ, ਜੋ ਕਿ ਉਸਦੇ ਪੂਰਵਗਾਮੀ ਡੋਨਾਲਡ ਟਰੰਪ ਦੁਆਰਾ ਨਿਰਧਾਰਿਤ ਇੱਕ ਰਿਕਾਰਡ ਨੀਵਾਂ ਪੱਧਰ ਹੈ। ਪਰ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਅਤੇ ਵਕੀਲਾਂ ਦੇ ਵਿਰੋਧ ਤੋਂ ਬਾਅਦ ਅਚਾਨਕ ਪਿੱਛੇ ਹਟ ਗਏ। ਪ੍ਰਸਤਾਵਿਤ ਦਾਖਲੇ ਪੱਧਰ ਤਹਿਤ ਸੰਯੁਕਤ ਰਾਜ ਅਮਰੀਕਾ ਅਗਲੇ ਸਾਲ ਅਫਰੀਕਾ ਤੋਂ 40,000, ਪੂਰਬ ਏਸ਼ੀਆ ਤੋਂ 15,000, ਯੂਰਪ ਅਤੇ ਮੱਧ ਏਸ਼ੀਆ ਤੋਂ 10,000, ਲੈਟਿਨ ਅਮਰੀਕਾ ਤੇ ਕੈਰੀਬੀਅਨ ਤੋਂ 15,000 ਅਤੇ ਨੇੜਲੀ ਪੂਰਬੀ ਤੇ ਦੱਖਣੀ
ਏਸ਼ੀਆ ਤੋਂ 35,000 ਸ਼ਰਨਾਰਥੀਆਂ ਨੂੰ ਸਵੀਕਾਰ ਕਰੇਗਾ। ਹੋਰ 10,000 ਸ਼ਰਨਾਰਥੀਆਂ ਨੂੰ ਕਿਸੇ ਵੀ ਖੇਤਰ ਤੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਬਾਈਡਨ ਪ੍ਰਸ਼ਾਸਨ ਅਫਗਾਨਿਸਤਾਨ 'ਚੋਂ ਨਾਗਰਿਕਾਂ ਨੂੰ ਕੱਢਣ ਲਈ ਜਾਂਚ ਦੇ ਘੇਰੇ 'ਚ ਆ ਗਿਆ, ਜਿਨ੍ਹਾਂ ਨੇ ਪਿਛਲੇ ਕਰੀਬ 20 ਸਾਲਾਂ ਦੀ ਅਮਰੀਕੀ ਸ਼ਮੂਲੀਅਤ ਦੌਰਾਨ ਅਮਰੀਕੀ ਫੌਜ ਦੀ ਸਹਾਇਤਾ ਕੀਤੀ ਸੀ, ਜੋ ਪਿਛਲੇ ਮਹੀਨੇ ਸਮਾਪਤ ਹੋਈ ਸੀ। ਕੈਨੇਡਾ ਜਾਣ ਦੀ ਉਡੀਕ ਵਿੱਚ ਬੈਠੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਹੈ। ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਕੋਵਿਡ-19 ਮਹਾਮਾਰੀ ਕਾਰਨ 4 ਮਹੀਨਿਆਂ ਦੇ ਲੰਬੇ ਅੰਤਰਾਲ ਪਿੱਛੋਂ ਭਾਰਤ ਲਈ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਰਤ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਬਾਰੇ ਇੱਕ ਯਾਤਰੀ ਦੇ ਸਵਾਲ ਦਾ ਜਵਾਬ ਦਿੰਦਿਆਂ 에ਅਰ ਕੈਨੇਡਾ ਨੇ ਸੋਮਵਾਰ ਨੂੰ ਟਵਿੱਟਰ ਤੇ ਕਿਹਾ ਕਿ ਉਹ ਦਿੱਲੀ ਲਈ ਉਡਾਣਾਂ ਦੁਬਾਰਾ ਸ਼ੁਰੂ ਕਰ ਰਹੀ ਹੈ। 에ਅਰਲਾਈਨ ਨੇ ਕਿਹਾ ਕਿ ਜਿਹੜੇ ਯਾਤਰੀ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਨੇ, ਉਹਨਾਂ ਲਈ ਕੋਵਿਡ-19 RT-PCR ਟੈਸਟ ਜਾਂ ਰੈਪਿਡ PR ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ, ਜੋ ਕਿ ਰਵਾਨਗੀ ਤੋਂ 18 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਰਿਪੋਰਟ ਵੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਬਣੇ ਕੋਵਿਡ-19 ਟੈਸਟਿੰਗ ਸੈਂਟਰਾਂ ਤੋਂ ਹੋਈ ਜਾਂਚ ਦੀ ਹੀ ਮੰਨੀ ਜਾਵੇਗੀ। ਭਾਰਤ ਦੇ ਕਿਸੇ ਹੋਰ ਕਲੀਨਿਕ ਤੋਂ ਕੋਈ ਹੋਰ ਟੈਸਟ ਸਵੀਕਾਰ ਨਹੀਂ ਕੀਤਾ ਜਾਏਗਾ, ਭਾਵੇਂ ਤੁਸੀਂ ਕਿਸੇ ਵੱਖਰੇ ਸ਼ਹਿਰ ਤੋਂ ਆ ਰਹੇ ਹੋ। ਇਸ ਤੋਂ ਇਲਾਵਾ WHO ਮਾਨਤਾ ਪ੍ਰਾਪਤ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਵੀ ਜ਼ਰੂਰੀ ਨੇ। ਗੌਰਤਲਬ ਹੈ ਕਿ 에ਅਰਲਾਈਨ ਨੇ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਕਾਰਨ ਇਸ ਸਾਲ ਅਪ੍ਰੈਲ ਤੋਂ ਭਾਰਤ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। 에ਅਰ ਕੈਨੇਡਾ ਦੀ ਭਾਰਤ ਲਈ ਇਹ ਉਡਾਣ ਫਿਲਹਾਲ 에ਅਰ ਬਬਲ ਸਮਝੌਤੇ ਤਹਿਤ ਸ਼ੁਰੂ ਹੋ ਰਹੀ ਹੈ। ਬ੍ਰਿਟੇਨ ਸਰਕਾਰ ਨੇ 10 ਤੋਂ ਵੱਧ ਦੇਸ਼ਾਂ ਤੋਂ ਆਉਣ ਵਾਲੇ ਕੋਰੋਨਾ ਦਾ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਲਈ ਨਿਯਮਾਂ ਵਿੱਚ ਛੋਟ ਦੇ ਦਿੱਤੀ ਹੈ। ਪਰ ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਨੂੰ ਅਜੇ ਵੀ ਇਸ ਸੂਚੀ 'ਚੋਂ ਬਾਹਰ ਰੱਖਿਆ ਗਿਆ। ਬ੍ਰਿਟੇਨ ਵਿੱਚ ਨਵੇਂ ਨਿਯਮਾਂ ਮੁਤਾਬਕ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਭਾਰਤੀਆਂ ਨੂੰ ਇੱਥੇ ਰਾਹਤ ਨਹੀਂ ਮਿਲੇਗੀ ਅਤੇ ਉਹਨਾਂ ਨੂੰ 10 ਦਿਨ ਲਈ ਇਕਾਂਤਵਾਸ ਰਹਿਣਾ ਪਏਗਾ। ਉੱਥੇ ਹੀ ਭਾਰਤ ਨੇ ਬਰਤਾਨੀਆ ਦੇ ਇਹਨਾਂ ਨਵੀਆਂ ਯਾਤਰਾ ਪਾਬੰਦੀਆਂ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੱਸ ਦਈਏ ਕਿ ਬਰਤਾਨੀਆ ਨੇ ਅਮਰੀਕਾ, ਯੂਰਪ ਸਣੇ ਦੁਨੀਆ ਦੇ ਕਈ ਦੇਸ਼ਾਂ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਯਾਤਰੀਆਂ ਨੂੰ ਮਨਜ਼ੂਰੀ ਦਿੱਤੀ ਹੈ, ਪਰ ਭਾਰਤੀਆਂ ਨੂੰ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ। ਭਾਰਤ ਨੇ ਵਾਰ-ਵਾਰ ਬਰਤਾਨੀਆ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਵੈਕਸੀਨੇਸ਼ਨ ਨਾਲ ਜੁੜੀਆਂ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ, ਪਰ ਇਸ ਤੇ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਵਿਦੇਸ਼ ਮੰਤਰੀ S ਜੈਸ਼ੰਕਰ ਵੀ ਇਸ ਮਾਮਲੇ ਤੇ ਬ੍ਰਿਟਿਸ਼ ਸਰਕਾਰ ਨਾਲ ਗੱਲ ਕਰ ਚੁੱਕੇ ਨੇ। ਨਵੇਂ ਨਿਯਮਾਂ ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਕੋਵਿਸ਼ੀਲਡ ਨੂੰ ਮੂਲ ਤੌਰ ਤੇ ਬ੍ਰਿਟੇਨ ਵਿੱਚ ਬਣਾਇਆ ਗਿਆ ਸੀ। ਇਸ ਨੂੰ ਦੇਖਦੇ ਹੋਏ ਇਹ ਹਮਲਾ ਬਿਲਕੁਲ ਵਿਲੱਖਣ ਲੱਗਦਾ ਹੈ ਅਤੇ ਇਥੋਂ ਨਸਲਵਾਦ ਦੀ ਬਦਬੂ ਆਉਂਦੀ ਹੈ। ਦਰਅਸਲ ਬਰਤਾਨੀਆ ਵਿੱਚ ਜਿਨ੍ਹਾਂ ਦੇਸ਼ਾਂ ਨੂੰ ਕੋਰੋਨਾ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ, ਉਹਨਾਂ ਵਿੱਚ ਉਹ ਦੇਸ਼ ਸ਼ਾਮਲ ਹਨ ਜਿਨ੍ਹਾਂ ਦੇ ਇੱਥੇ ਵਰਤੀ ਜਾ ਰਹੀ ਵੈਕਸੀਨ ਨੂੰ ਬਰਤਾਨੀਆ ਵਿੱਚ ਵੀ ਮਾਨਤਾ ਦਿੱਤੀ ਗਈ, ਪਰ ਭਾਰਤ ਵਿੱਚ ਵਰਤੀ ਜਾ ਰਹੀ ਕੋਵਿਸ਼ੀਲਡ ਨੂੰ ਬਰਤਾਨੀਆ ਨੇ ਮਨਜ਼ੂਰੀ ਨਹੀਂ ਦਿੱਤੀ। ਦੱਸ ਦਈਏ ਕਿ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਕਸਫੋਰਡ ਐਸਟਰਾਜ਼ੈਨਕਾ ਵੈਕਸੀਨ ਤਿਆਰ ਕੀਤੀ ਹੈ। ਭਾਰਤ ਸਣੇ ਜਿਨ੍ਹਾਂ ਯਾਤਰੀਆਂ ਨੂੰ ਬਰਤਾਨੀਆ ਦੇ ਕੌਮਾਂਤਰੀ ਯਾਤਰਾ ਨਿਯਮ ਦੇ ਤਹਿਤ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਵਾਲੇ ਨਹੀਂ ਮੰਨਿਆ ਗਿਆ, ਉਹਨਾਂ ਨੂੰ ਅਜੇ ਵੀ ਪੁਰਾਣੇ ਨਿਯਮਾਂ ਦੇ ਤਹਿਤ ਹੀ ਦਾਖਲਾ ਦਿੱਤਾ ਜਾਏਗਾ। ਭਾਰਤ ਦੇ ਕੋਵਿਸ਼ੀਲਡ ਨੂੰ ਸਵਿਟਜ਼ਰਲੈਂਡ ਤੋਂ ਇਲਾਵਾ ਆਸਟਰੀਆ, ਜਰਮਨੀ, ਸਲੋਵੇਨੀਆ, ਗ੍ਰੀਸ, ਆਈਸਲੈਂਡ, ਆਇਰਲੈਂਡ ਅਤੇ ਸਪੇਨ ਵਿੱਚ ਵੀ ਮਨਜ਼ੂਰੀ ਮਿਲ ਚੁੱਕੀ ਹੈ। ਭਾਰਤ ਨੇ ਸਮੂਹ ਦੇ 27 ਦੇਸ਼ਾਂ ਨੂੰ ਕਿਹਾ ਸੀ ਕਿ ਕੋਵਿਸ਼ੀਲਡ ਤੇ ਕੋਵੈਕਸਿਨ ਦੇ ਟੀਕੇ ਲਗਵਾ ਚੁੱਕੇ ਭਾਰਤੀਆਂ ਨੂੰ ਯੂਰਪ ਦੀ ਯਾਤਰਾ ਕਰਨ ਦੀ ਆਗਿਆ ਦੇਣ ਤੇ ਉਹ ਅਲੱਗ-ਅਲੱਗ ਵਿਚਾਰ ਕਰਨ। ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਇਲਾਕੇ ਵਿੱਚ ਸੁਰੱਖਿਆ ਫੋਰਸਾਂ ਦੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲਾ ਇੱਕ ਅੱਤਵਾਦੀ ਕਮਾਂਡਰ ਮਾਰਿਆ ਗਿਆ। ਰੇਡੀਓ ਪਾਕਿਸਤਾਨ ਨੇ ਸੋਮਵਾਰ ਨੂੰ ਫੌਜ ਦੇ ਮੀਡੀਆ ਵਿੰਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਸੀ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਮੁਤਾਬਕ TTP ਕਮਾਂਡਰ ਸਪੀਉਲਾ ਦਾ ਹੱਥ ਇੱਕ ਗੈਰ ਸਰਕਾਰੀ ਸੰਗਠਨ ਦੀਆਂ 4 ਔਰਤਾਂ ਪ੍ਰਤੀਨਿਧੀਆਂ ਅਤੇ ਫਰੰਟੀਅਰ ਵਰਕਰਸ ਆਰਗੇਨਾਈਜੇਸ਼ਨਸ ਨਾਲ ਸੰਬੰਧਿਤ ਇੰਜੀਨੀਅਰਾਂ ਦੀਆਂ ਹੱਤਿਆਵਾਂ ਵਿੱਚ ਸੀ। ਮਾਰਿਆ ਗਿਆ ਅੱਤਵਾਦੀ ਫਿਰੌਤੀ, ਜ਼ਬਰਦਸਤੀ ਵਸੂਲੀ ਅਤੇ ਅਗਵਾ ਦੇ ਮਾਮਲਿਆਂ ਤੋਂ ਇਲਾਵਾ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾ ਕੇ ਵਿਸਫੋਟਕ ਉਪਕਰਨ ਨਾਲ ਹਮਲਿਆਂ ਦੀ ਯੋਜਨਾ ਵਿੱਚ ਸ਼ਾਮਲ ਸੀ। ਮੁਹਿੰਮ ਵਿੱਚ ਸ਼ਾਮਲ ਸੁਰੱਖਿਆ ਫੋਰਸਾਂ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਨੇ। ਅਮਰੀਕਾ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੇਸ਼ ਵਿੱਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਦੌਰਾਨ ਵੀ ਭਾਰੀ ਗਿਣਤੀ 'ਚ ਕੋਰੋਨਾ ਮੌਤਾਂ ਦਰਜ ਹੋ ਰਹੀਆਂ ਨੇ।
इस संबंधी जानकारी ਦਿੰਦੇ ਹੋਏ ਫੈਡਰਲ ਅੰਕੜਿਆਂ ਦੇ ਅਨੁਸਾਰ ਅਮਰੀਕਾ ਨੇ ਪਿਛਲੇ ਇੱਕ ਹਫ਼ਤੇ ਵਿੱਚ 10,100 ਤੋਂ ਵੱਧ ਕੋਵਿਡ-19 ਨਾਲ ਸੰਬੰਧਿਤ ਮੌਤਾਂ ਦਰਜ ਕੀਤੀਆਂ ਨੇ। ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਵੱਧ ਕਰੋਨਾ ਮੌਤਾਂ ਦੀ ਗਿਣਤੀ ਵਾਲੇ ਰਾਜ ਟੈਕਸਾਸ, ਜਾਰਜੀਆ ਅਤੇ ਉੱਤਰੀ ਕੈਰੋਲੀਨਾ ਹਨ। ਇਸ ਤੋਂ ਇਲਾਵਾ ਜਾਰੀ ਕੀਤੇ ਕਰੋਨਾ ਅੰਕੜੇ ਦੱਸਦੇ ਨੇ ਕਿ ਅਮਰੀਕਾ ਨੇ ਪਿਛਲੇ ਹਫ਼ਤੇ 1.02 ਮਿਲੀਅਨ ਤੋਂ ਵੱਧ ਕਰੋਨਾ ਕੇਸਾਂ ਦੀ ਵੀ ਰਿਪੋਰਟ ਕੀਤੀ ਹੈ। ਪਿਛਲੇ ਹਫ਼ਤੇ ਦੇ ਕੇਸਾਂ ਦੇ ਮੁਤਾਬਕ ਜੂਨ ਦੇ ਇੱਕ ਹਫ਼ਤੇ 'ਚ ਸਿਰਫ 80,000 ਨਵੇਂ ਕੇਸ ਦਰਜ ਕੀਤੇ ਗਏ ਸਨ। ਕੇਂਦਰੀ ਅੰਕੜਿਆਂ ਦੇ ਅਨੁਸਾਰ ਇਸ ਵੇਲੇ ਟੈਨੇਸੀ ਅਤੇ ਪੱਛਮੀ ਵਰਜੀਨੀਆ ਵਿੱਚ ਦੇਸ਼ ਦੀ ਸਭ ਤੋਂ ਵੱਧ ਕਰੋਨਾ ਕੇਸ ਦਰ ਹੈ। ਇਸ ਤੋਂ ਬਾਅਦ ਅਲਾਸਕਾ, ਵਿਓਮਿੰਗ, ਸਾਊਥ ਕੈਰੋਲੀਨਾ, ਮੋਂਟਾਨਾ ਅਤੇ ਕੈਂਟਕੀ ਹਨ। रूस ਦੇ ਪਰਮ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਮੌਜੂਦ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਨੇ। ਮਾਸਕੋ ਸਥਿਤ ਭਾਰਤੀ ਦੂਤਘਰ ਨੇ ਇਸ ਦੀ ਜਾਣਕਾਰੀ ਦਿੱਤੀ। ਦਰਅਸਲ ਪਰਮ ਸ਼ਹਿਰ ਦੇ ਇੱਕ ਯੂਨੀਵਰਸਿਟੀ 'ਚ ਸੋਮਵਾਰ ਸਵੇਰੇ ਇੱਕ ਬੰਦੂਕਧਾਰੀ ਨੇ ਗੋਲਾਬਾਰੀ ਕੀਤੀ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਬੰਦੂਕਧਾਰੀ ਨੂੰ ਬਾਅਦ ਵਿੱਚ ਢੇਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਜਾਂਚ ਕਮੇਟੀ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਇਮਾਰਤ ਦੀਆਂ ਖਿੜਕੀਆਂ ਤੋਂ ਛਾਲਾਂ ਮਾਰੀਆਂ। ਭਾਰਤੀ ਦੂਤਘਰ ਨੇ ਟਵੀਟ ਕਰਕੇ ਕਿਹਾ, रूस ਦੀ ਪਰਮ ਸਟੇਟ ਯੂਨੀਵਰਸਿਟੀ ਤੇ ਹੋਏ ਭਿਆਨਕ ਹਮਲੇ ਤੋਂ ਹੈਰਾਨ ਹਨ। ਮ੍ਰਿਤਕਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਅਤੇ ਅਸੀਂ ਇਸ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਦੂਤਘਰ ਸਥਾਨਕ ਅਧਿਕਾਰੀਆਂ ਅਤੇ ਭਾਰਤੀ ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਦੇ ਸੰਪਰਕ 'ਚ ਹੈ। ਪਰਮ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਨੇ। ਪਰਮ ਸਟੇਟ ਯੂਨੀਵਰਸਿਟੀ ਪ੍ਰੈਸ ਸਰਵਿਸਿਜ਼ ਦੇ ਅਨੁਸਾਰ ਅਣਪਛਾਤੇ ਅਪਰਾਧੀ ਨੇ ਗੈਰ ਮਾਰੂ ਬੰਦੂਕ ਦੀ ਵਰਤੋਂ ਕੀਤੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਕਮਰਿਆਂ ਵਿੱਚ ਬੰਦ ਕਰ ਲਿਆ ਅਤੇ ਯੂਨੀਵਰਸਿਟੀ ਨੇ ਉਹਨਾਂ ਲੋਕਾਂ ਨੂੰ ਕੈਂਪਸ ਛੱਡਣ ਦੀ ਅਪੀਲ ਕੀਤੀ ਹੈ ਜੋ ਅਜਿਹਾ ਕਰਨ ਦੀ ਹਾਲਾਤ 'ਚ ਸਨ। ਪ੍ਰਧਾਨ ਮੰਤਰੀ ਮੋਦੀ ਇਸ ਹਫ਼ਤੇ ਅਮਰੀਕਾ ਦਾ ਦੌਰਾ ਕਰ ਰਹੇ ਨੇ, ਜਿੱਥੇ ਉਹ ਇੱਕ ਮੈਰਾਥਨ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਨੇ। ਇਸ ਤੋਂ ਇਲਾਵਾ ਕਈ ਉੱਚ ਪੱਧਰੀ ਬੈਠਕਾਂ ਵੀ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਪਹੁੰਚਣਗੇ ਅਤੇ ਅਗਲੀ ਸਵੇਰੋਂ ਅਮਰੀਕਾ ਦੇ ਸੀਨੀਅਰ CEO ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹਨਾਂ ਨੇ ਐਪਲ ਕੰਪਨੀ ਦੇ CEO ਟਿਮ ਕੁਕ ਦੇ ਨਾਲ ਵੀ ਮੁਲਾਕਾਤ ਹੋਣ ਵਾਲੀ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਬੈਠਕ ਦੇ ਵਿਉਰੇ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕਾ ਦੇ ਸੀਨੀਅਰ ਕਾਰੋਬਾਰੀਆਂ ਦੇ ਨਾਲ ਬੈਕ ਟੂ ਬੈਕ ਬੈਠਕਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਦੀ ਉਮੀਦ ਹੈ, ਜੋ ਇੱਕ ਭਾਰਤੀ ਮੂਲ ਦੀ ਮਹਿਲਾ ਹੈ ਜੋ ਪਹਿਲੀ ਵਾਰ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਅਹੁਦੇ ਤੱਕ ਪਹੁੰਚੀ ਹੈ। ਹਾਲਾਂਕਿ ਅਜੇ ਬੈਠਕ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਪ੍ਰਧਾਨ ਮੰਤਰੀ ਮੋਦੀ ਉਸ ਦਿਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਆਪਣੀ ਯਾਤਰਾ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਪਹਿਲੀ ਦੁਵੱਲੀ ਬੈਠਕ ਕਰਨਗੇ ਅਤੇ 24 ਸਤੰਬਰ ਨੂੰ ਵਾਸ਼ਿੰਗਟਨ ਵਿੱਚ ਪਹਿਲੇ ਦਿਨ ਪਰਸਨ ਕੁਆਡ ਲੀਡਰ ਸਮਿਟ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਡਿਨਰ ਦਾ ਵੀ ਆਯੋਜਨ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਅਮਰੀਕੀ ਯਾਤਰਾ ਵੀ ਪ੍ਰਧਾਨ ਮੰਤਰੀ ਮੋਦੀ ਦੀ ਵਾਸ਼ਿੰਗਟਨ ਯਾਤਰਾ ਦੇ ਨਾਲ ਮੇਲ ਖਾ ਰਹੀ ਹੈ। ਉਹਨਾਂ ਦੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਸੰਭਾਵਨਾ ਹੈ। ਫਾਈਜ਼ਰ ਅਤੇ ਬਾਇਓਨਟੈਕ ਨੇ ਸੋਮਵਾਰ ਨੂੰ ਕਿਹਾ ਕਿ ਪ੍ਰੀਖਣਾਂ ਦੇ ਨਤੀਜਿਆਂ ਨੇ ਦਿਖਾਇਆ ਹੈ ਕਿ ਉਹਨਾਂ ਦੀ ਕਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਹੈ ਅਤੇ ਇਸ ਨਾਲ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਇੱਕ ਮਜ਼ਬੂਤ ਪ੍ਰਤੀਰੋਧਕ ਪ੍ਰਤੀਕਿਰਿਆ ਪੈਦਾ ਹੋਈ ਹੈ। ਫਾਈਜ਼ਰ ਅਤੇ ਬਾਇਓਨਟੈਕ ਨੇ ਅੱਗੇ ਕਿਹਾ ਕਿ ਹੁਣ ਜਲਦੀ ਹੀ ਅਮਰੀਕੀ ਰੈਗੂਲੇਟਰੀ ਤੋਂ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਟੀਕਾ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਮੁਕਾਬਲੇ ਬੱਚਿਆਂ ਨੂੰ ਘੱਟ ਖੁਰਾਕ ਤੇ ਦੇ ਦਿੱਤਾ ਜਾਏਗਾ। ਫਾਈਜ਼ਰ ਦਾ ਇਹ ਕਦਮ ਬੱਚਿਆਂ ਦੇ ਟੀਕਾਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ। ਅਮਰੀਕੀ ਦਿੱਗਜ ਫਾਈਜ਼ਰ ਅਤੇ ਉਸਦੇ ਜਰਮਨ ਸਾਥੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, 5 ਤੋਂ 11 ਸਾਲ ਦੀ ਉਮਰ ਦੇ ਭਾਗੀਦਾਰਾਂ ਵਿੱਚ ਟੀਕਾ ਸੁਰੱਖਿਅਤ ਸੀ, ਚੰਗੀ ਤਰ੍ਹਾਂ ਨਾਲ ਬਰਦਾਸ਼ਤ ਕੀਤਾ ਗਿਆ ਤੇ ਇਸਨੇ ਐਂਟੀਬਾਡੀ ਪ੍ਰਤੀਕਿਰਿਆਵਾਂ ਨੂੰ ਸ਼ਕਤੀਸ਼ਾਲੀ ਦਿਖਾਇਆ। ਹੁਣ ਉਹ ਯੂਰੋਪੀਅਨ ਯੂਨੀਅਨ, ਸੰਯੁਕਤ ਰਾਜ ਅਤੇ ਵਿਸ਼ਵ ਭਰ ਵਿੱਚ ਜਿੰਨੀ ਜਲਦੀ ਹੋ ਸਕੇ ਨਿਆਮਕ ਸੰਸਥਾਵਾਂ ਨੂੰ ਆਪਣਾ ਡਾਟਾ ਜਮ੍ਹਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਨੇ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟੈਸਟ ਦੇ ਨਤੀਜੇ ਆਪਣੀ ਕਿਸਮ ਦੇ ਪਹਿਲੇ ਹਨ। ਫਾਈਜ਼ਰ ਅਤੇ ਮੋਡਰਨਾ ਟੀਕੇ ਪਹਿਲਾਂ ਤੋਂ ਹੀ ਦੁਨੀਆ ਭਰ ਦੇ ਦੇਸ਼ਾਂ ਵਿੱਚ 12 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਲਗਾਏ ਜਾ ਰਹੇ ਨੇ। ਹਾਲਾਂਕਿ ਬੱਚਿਆਂ ਨੂੰ ਗੰਭੀਰ ਕੋਵਿਡ ਦੇ ਘੱਟ ਜ਼ੋਖਮ ਤੋਂ ਮੰਨਿਆ ਜਾਂਦਾ ਹੈ, ਪਰ ਚਿੰਤਾਵਾਂ ਨੇ ਕਿ ਬਹੁਤ ਜ਼ਿਆਦਾ ਛੂਤਕਾਰੀ ਡੈਲਟਾ ਰੂਪ ਵਧੇਰੇ ਗੰਭੀਰ ਹੋ ਸਕਦਾ ਹੈ ਅਤੇ ਕੇਸਾਂ ਵਿੱਚ ਵਾਧਾ ਕਰ ਸਕਦਾ ਹੈ। ਫਾਈਜ਼ਰ ਦੇ CEO ਅਲਬਰਟ ਬੌਰਲਾ ਨੇ ਕਿਹਾ ਕਿ ਅਸੀਂ ਟੀਕੇ ਦੁਆਰਾ ਦਿੱਤੀ ਗਈ ਸੁਰੱਖਿਆ ਨੂੰ ਇਸ ਨੌਜਵਾਨ ਆਬਾਦੀ ਤੱਕ ਵਧਾਉਣ ਲਈ ਉਤਸੁਕ ਹਾਂ, ਇਹ ਦੇਖਦੇ ਹੋਏ ਕਿ ਜੁਲਾਈ ਤੋਂ US ਵਿੱਚ ਕੋਵਿਡ-19 ਦੇ ਬੱਚਿਆਂ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਮਿਲਟਰੀ ਟ੍ਰੇਨਿੰਗ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋਇਆ, ਜਿਸ ਵਿੱਚ 2 ਪਾਇਲਟ ਜ਼ਖਮੀ ਹੋ ਗਏ ਅਤੇ 3 ਘਰ ਵੀ ਨੁਕਸਾਨੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਟੈਕਸਾਸ ਦੇ ਫੋਰਟ ਵਰਥ ਨੇੜਲੇ ਇਲਾਕੇ ਲੋਕ ਵਰਥ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਇਆ। ਲੇਕ ਵਰਥ ਪੁਲਿਸ ਮੁਖੀ ਅਨੁਸਾਰ ਅਧਿਕਾਰੀਆਂ ਨੂੰ ਐਤਵਾਰ ਸਵੇਰੇ 11 ਵਜੇ ਤੋਂ ਪਹਿਲਾਂ ਡਿੱਗੇ ਜਹਾਜ਼ ਬਾਰੇ ਸੂਚਨਾ ਪ੍ਰਾਪਤ ਹੋਈ। ਇਸ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਉਸ ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ, ਨਹੀਂ ਤਾਂ ਇਸ ਹਾਦਸੇ ਵਿੱਚ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ। ਪਰ ਇਹਨਾਂ 2 ਜ਼ਖਮੀ ਹੋਏ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਕ੍ਰੈਸ਼ ਨਾਲ ਇਲਾਕੇ ਦੇ 3 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਰੈੱਡ ਕਰਾਸ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਲੇਕ ਵਰਥ ਦਾ ਪੁਲਿਸ ਵਿਭਾਗ ਇਸ ਹਾਦਸੇ ਦੀ ਜਾਂਚ ਅਤੇ ਅਗਲੀ ਕਾਰਵਾਈ ਲਈ ਸੰਬੰਧਿਤ ਏਜੰਸੀਆਂ ਅਤੇ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸਿਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਮਰੀਕਾ ਦੀ ਨਾਰਥ ਕੈਰੋਲੀਨਾ ਸੈਂਟਰਲ ਯੂਨੀਵਰਸਿਟੀ ਵਿੱਚ ਸ਼ਨੀਵਾਰ ਨੂੰ ਗੋਲਾਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਡਰਹਮ ਦੀ ਨਾਰਥ ਕੈਰੋਲੀਨਾ ਸੈਂਟਰਲ ਯੂਨੀਵਰਸਿਟੀ ਦੀ ਪਾਰਕਿੰਗ 'ਚ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡਰਹਮ ਪੁਲਿਸ ਵਿਭਾਗ ਅਨੁਸਾਰ ਗੋਲੀ ਲੱਗੇ 2 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। NCCU ਪੁਲਿਸ ਅਤੇ ਪਬਲਿਕ ਸੇਫਟੀ ਵਿਭਾਗ ਨੇ ਕਿਹਾ ਕਿ ਪੀੜਤ, ਜਿਨ੍ਹਾਂ ਦਾ ਨਾਮ ਨਹੀਂ ਦੱਸਿਆ ਗਿਆ, ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸਨ। ਇਸ ਗੋਲਾਬਾਰੀ ਦੇ ਸਮੇਂ ਉਹ ਕੇਲੀ ਰਿਡਿਕ ਸਟੇਡੀਅਮ ਵਿਖੇ ਵਿੰਸਟਨ ਸਲੇਮ ਸਟੇਟ ਯੂਨੀਵਰਸਿਟੀ ਦੇ ਵਿਰੁੱਧ ਇਸ ਯੂਨੀਵਰਸਿਟੀ ਦੇ ਮੈਚ ਦੌਰਾਨ 5600 ਤੋਂ ਵੱਧ ਲੋਕ ਇਕੱਠੇ ਹੋਏ ਸਨ। ਇਸ ਗੋਲਾਬਾਰੀ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੋਲਾਬਾਰੀ ਦੇ ਕਾਰਨ ਜਾਂ ਸੰਭਾਵਤ ਸ਼ੱਕੀ ਲੋਕਾਂ ਬਾਰੇ ਕੋਈ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਹੈ। ਐਟਲਾਂਟਿਕ ਮਹਾਸਾਗਰ ਵਿੱਚ ਸਪੇਨ ਦੇ ਟਾਪੂ ਲਾ ਪਾਲਮਾ ਵਿੱਚ ਇੱਕ ਹਫ਼ਤੇ ਤੱਕ ਭੂਚਾਲ ਦੇ ਝਟਕਿਆਂ ਤੋਂ ਬਾਅਦ ਵਿਸ਼ਾਲ ਜਵਾਲਾਮੁਖੀ ਫਟ ਗਿਆ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਕਾਹਲੀ 'ਚ ਹਜ਼ਾਰਾਂ ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਲਾਵੇ ਨੇ ਆਪਣੀ ਲਪੇਟ ਵਿੱਚ ਆਉਣ ਵਾਲੇ ਬਹੁਤ ਸਾਰੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇੱਕ ਵੱਡਾ ਖਤਰਾ ਇਹ ਹੈ ਕਿ ਇਹ ਲਾਵਾ ਤੱਟ ਤੱਕ ਦੀ ਪਹੁੰਚ ਸਕਦਾ ਹੈ। 85,000 ਦੀ ਆਬਾਦੀ ਵਾਲਾ ਲਾ ਪਾਲਮਾ ਅਫਰੀਕਾ ਦੇ ਪੱਛਮੀ ਤੱਟ ਦੇ ਨੇੜੇ ਸਪੇਨ ਦੇ ਕੈਨਰੀ ਆਈਲੈਂਡਸ ਦੇ 8 ਜਵਾਲਾਮੁਖੀ ਟਾਪੂਆਂ 'ਚੋਂ ਇੱਕ ਹੈ। ਲਾ ਪਾਲਮਾ ਦੇ ਪ੍ਰਧਾਨ ਮਾਰੀਆਨੋ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਲਾਵੇ ਦੇ ਪ੍ਰਵਾਹ ਨੇ ਤੱਟ ਦੇ ਨਾਲ ਸੰਬੰਧਿਤ ਆਬਾਦੀ ਵਾਲੇ ਖੇਤਰਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਨੇ। ਸਪੇਨ ਦੇ ਨੈਸ਼ਨਲ ਜਿਓਲੋਜੀ ਇੰਸਟੀਚਿਊਟ ਦੇ ਮੁਖੀ ਇਤਹਾਜਾ ਨੇ ਕਿਹਾ ਕਿ ਜਵਾਲਾਮੁਖੀ ਫਟਣ ਦੀ ਪ੍ਰਕਿਰਿਆ ਕਦੋਂ ਤੱਕ ਚੱਲਦੀ ਰਹੇਗੀ ਇਹ ਦੱਸਣਾ ਅਜੇ ਮੁਸ਼ਕਿਲ ਹੈ, ਪਰ ਪਿਛਲੀ ਵਾਰ ਇਹ 3 ਹਫ਼ਤਿਆਂ ਲਈ ਸੀ। ਉੱਥੇ ਹੀ ਸਪੇਨ ਦੇ ਸਰਕਾਰੀ ਪ੍ਰਸਾਰਕ TVE ਦੇ ਅਨੁਸਾਰ ਕੁੰਬਰੇ ਵੀਏਜਾ ਜਵਾਲਾਮੁਖੀ ਰਿਸ਼ਤੋਂ ਕਾਲਾ ਤੇ ਸਫੇਦ ਧੂਆਂ ਨਿਕਲ ਰਿਹਾ। ਕੈਨਰੀ ਆਈਲੈਂਡ ਜਵਾਲਾਮੁਖੀ ਸੰਸਥਾ ਨੇ ਜਵਾਲਾਮੁਖੀ 'ਚ ਧਮਾਕਾ ਹੋਣ ਦੀ ਸੂਚਨਾ ਦਿੱਤੀ। ਜਵਾਲਾਮੁਖੀ ਜ਼ੋਖਮ ਰੋਕਥਾਮ ਯੋਜਨਾ ਬਾਰੇ ਵਿਗਿਆਨਕ ਕਮੇਟੀ ਨੇ ਕਿਹਾ ਕਿ ਇੱਕ ਸ਼ਕਤੀਸ਼ਾਲੀ ਭੂਚਾਲ ਆ ਸਕਦਾ ਹੈ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਿਗਿਆਨਕ ਮਾਹਿਰਾਂ ਦੀ ਇੱਕ ਕਮੇਟੀ ਨੇ ਕਿਹਾ ਕਿ ਐਟਲਾਂਟਿਕ ਟਾਪੂ ਦੇ ਦੱਖਣੀ ਪੱਛਮੀ ਤੱਟ ਦੇ ਇੱਕ ਹਿੱਸੇ ਤੋਂ ਪਹਾੜਾਂ ਤੋਂ ਚਟਾਨਾਂ ਦੇ ਹੇਠਾਂ ਡਿੱਗਣ ਦੀ ਸੰਭਾਵਨਾ ਹੈ। ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਗੀਤਕਾਰ ਜਾਵੇਦ ਅਖਤਰ ਵੱਲੋਂ ਉਸ ਖਿਲਾਫ ਦਾਇਰ ਅਪਰਾਧਿਕ ਮਾਨਹਾਨੀ ਸ਼ਿਕਾਇਤ ਦੇ ਸੰਬੰਧ ਵਿੱਚ ਸੋਮਵਾਰ ਨੂੰ ਬੰਬਈ ਦੇ ਇੱਕ ਅਦਾਲਤ ਵਿੱਚ ਪੇਸ਼ ਹੋਈ। ਕੰਗਨਾ ਨੇ ਕਿਹਾ ਕਿ ਉਸ ਦਾ ਮੈਜਿਸਟ੍ਰੇਟ ਦੀ ਅਦਾਲਤ ਤੇ ਭਰੋਸਾ ਨਹੀਂ ਰਿਹਾ, ਕਿਉਂਕਿ ਅਦਾਲਤ ਨੇ ਜ਼ਮਾਨਤੀ ਅਪਰਾਧ ਦੇ ਮਾਮਲੇ 'ਚ ਪੇਸ਼ ਨਹੀਂ ਹੋਣ ਤੇ ਉਸ ਖਿਲਾਫ ਵਾਰੰਟ ਜਾਰੀ ਕਰਨ ਦੀ ਅਪਰਤੱਖ ਰੂਪ ਨਾਲ ਧਮਕੀ ਦਿੱਤੀ। ਕੰਗਨਾ ਰਣੌਤ ਨੇ ਅਖਤਰ ਦੀ ਸ਼ਿਕਾਇਤ ਦੇ ਜਵਾਬ ਵਿੱਚ ਉਹਨਾਂ ਖਿਲਾਫ ਜ਼ਬਰਨ ਵਸੂਲੀ ਅਤੇ ਅਪਰਾਧਿਕ ਧਮਕੀ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਵੀ ਦਾਇਰ ਕੀਤੀ। ਉਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਇੱਕ ਅਰਜ਼ੀ ਦਿੱਤੀ ਹੈ, ਜਿਸ ਵਿੱਚ ਸ਼ਿਕਾਇਤ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ। ਕੰਗਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇੱਕ ਸਾਥੀ ਅਦਾਕਾਰਾ ਨਾਲ ਉਸਦੇ ਜਨਤਕ ਵਿਵਾਦ ਤੋਂ ਬਾਅਦ ਅਖਤਰ ਨੇ ਉਸਨੂੰ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੂੰ ਭੈੜੇ ਅਤੇ ਗਲਤ ਇਰਾਦੇ ਨਾਲ ਆਪਣੇ ਘਰ ਬੁਲਾਇਆ ਅਤੇ ਫਿਰ ਉਹਨਾਂ ਦੋਵਾਂ ਨੂੰ ਧਮਕਾਇਆ ਵੀ। ਸ਼ਿਕਾਇਤ ਅਨੁਸਾਰ ਅਖਤਰ ਨੇ ਕੰਗਨਾ ਨੂੰ ਆਪਣੇ ਸਹਿ ਕਲਾਕਾਰ ਤੋਂ ਲਿਖਤੀ ਮੁਆਫੀ ਮੰਗਣ ਲਈ ਮਜਬੂਰ ਕੀਤਾ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।